प्रोग्राम खास खबर एक नज़र ਦੇ ਨਾਲ ਮੈਂ ਕਮਲਜੀਤ ਸਿੱਧੂ ਹਾਜ਼ਰ ਹਾਂ। ਤੁਸੀਂ ਦੇਖ ਰਹੇ ਹੋ ਦਾ ਲਾਈਵ ਟੂਡੇ ਚੈਨਲ। ਤਾਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ। ਦੋ ਖਬਰਾਂ ਦੇ ਵਿੱਚ ਮੁੱਦਾ ਹੈਗਾ। ਪਹਿਲੀ ਖਬਰ ਜਿਹੜੀ ਆ ਆਪ ਆਗੂ ਜਗਮੋਹਨ ਕੰਗ ਵੱਲੋਂ ਪੀਐਮ ਨਰਿੰਦਰ ਮੋਦੀ ਨੂੰ ਇੱਕ ਖਤ ਲਿਖਿਆ ਗਿਆ। ਖਤ ਦੀ ਇਬਾਰਤ ਜਿਹੜੀ ਹੈ ਉਹ ਵਾਕਈ ਚਿੰਤਾਜਨਕ ਵਿਸ਼ਾ ਆ। ਜੇ ਨਾ ਸੰਭਲੇ ਤਾਂ ਇਹਦੇ ਵਾਸਤੇ ਪੂਰੇ ਇੰਡੀਆ ਵਿੱਚ ਹੋ ਸਕਦਾ ਆ ਇੱਕ ਬਲਾਸਟ। ਤਾਂ ਦੂਸਰੀ ਖਬਰ ਜਿਹੜੀ ਆ पंजाब के 10 ਜ਼ਿਲ੍ਹਿਆਂ ਦੇ ਵਿੱਚ ਬਜ਼ੁਰਗਾਂ ਦੇ ਲਈ ਬਿਰਧ ਆਸ਼ਰਮ जो आ पंजाब सरकार उपराला कर रही है। ਤਾਂ ਬਿਰਧ ਆਸ਼ਰਮਾਂ ਦੇ ਉੱਤੇ ਚਰਚਾ ਕਰਾਂਗੇ ਕਿ ਆਖਰ ਪੰਜਾਬ ਦੇ ਵਿੱਚ ਇਹ ਕਿਉਂ ਹੋ ਰਿਹਾ। ਪਹਿਲੀ ਖਬਰ ਵੱਲ ਆਉਂਦੇ ਹਾਂ। ਜਗਮੋਹਨ ਸਿੰਘ ਕੰਗ ਜਿਹੜੇ ਕਿ ਕਾਂਗਰਸ ਦੇ ਵਿੱਚ ਸੀਗੇ, ਬਾਅਦ ਵਿੱਚ ਆਪ ਵਿੱਚ ਸ਼ਾਮਲ ਹੋਏ ਆ। ਤਾਂ ਜਗਮੋਹਨ ਸਿੰਘ ਕੰਗ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਇਸ ਵਾਰੀ ਜਦੋਂ ਦੇਸ਼ ਦੀ ਆਜ਼ਾਦੀ ਦੀ ਦਿਹਾੜਾ ਮਨਾਇਆ ਜਾ ਰਿਹਾ ਸੀਗਾ, ਉਸ ਆਜ਼ਾਦੀ ਦਿਹਾੜੇ ਦੇ ਉੱਤੇ ਜਿਹੜਾ ਤੁਸੀਂ ਸੰਬੋਧਨ ਕੀਤਾ ਆ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਚਰਚਾ ਕੀਤੀ ਹੀ ਨਹੀਂ। ਔਰ ਉਹ ਮੁੱਦੇ ਸੀਗੇ, ਨੰਬਰ 1 ਦੇਸ਼ ਦੀ ਵੱਧ ਰਹੀ ਜਨਸੰਖਿਆ, ਨੰਬਰ 2 ਸੀਗਾ ਬੇਰੁਜ਼ਗਾਰੀ, ਔਰ ਤੀਸਰਾ ਜੋ ਵੱਡਾ ਮੁੱਦਾ ਸੀਗਾ ਉਹ ਕਹਿ ਸਕਦੇ ਹਾਂ ਕਿ ਦੇਸ਼ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹਦੇ ਵੀ ਜੜ ਆ ਉਹ ਹੈਗੀ ਹੈ ਇੱਕ ਮਹਿੰਗਾਈ। ਅਤੇ ਮਹਿੰਗਾਈ ਨੂੰ ਲੈ ਕੇ ਜੋ ਆ ਉਹ ਚਰਚਾ ਹੋ ਰਹੀ ਹੈ। ਇਹਨਾਂ ਮੁੱਦਿਆਂ ਦੇ ਉੱਤੇ ਮੋਦੀ ਸਾਹਿਬ ਨੇ ਉਂਗਲ ਨਹੀਂ ਧਰੇਗੀ। ਹੁਣ ਜਗਮੋਹਨ ਸਿੰਘ ਕੰਗ ਇਸ ਚਿੱਠੀ ਵਿੱਚ ਕੀ ਲਿਖਦੇ ਆ ਜਰਾ ਕੋ ਉਸ 'ਤੇ ਨਜ਼ਰ ਪਾ ਲੈਂਦੇ ਹਾਂ। ਉਹਨਾਂ ਕਿਹਾ ਹੈ ਕਿ 75ਵੀਂ ਵਰ੍ਹੇਗੰਢ 'ਤੇ ਆਪਣੇ ਸੰਬੋਧਨ 'ਚ ਤੁਸੀਂ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਨੂੰ ਖਤਮ ਕਰਨ ਅਤੇ ਔਰਤਾਂ ਨੂੰ ਬਣਦਾ ਸਨਮਾਨ ਦੇਣ ਦੇ ਉੱਤੇ ਜ਼ੋਰ ਦਿੱਤਾ। ਇਸ ਵਿੱਚ ਕਿਹਾ ਗਿਆ ਕਿ ਹਰੇਕ ਨਾਗਰਿਕ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਜੋ ਕਿ ਇੱਕ ਚੰਗੀ ਸੋਚ ਹੈ। ਉਹਨੇ ਵੀ ਕਿਹਾ ਹੈ ਕਿ ਉਪਰੋਕਤ ਮੁੱਦਿਆਂ ਤੋਂ ਇਲਾਵਾ ਖਤਰਨਾਕ ਆਬਾਦੀ ਵਾਧੇ ਬਾਰੇ ਕੁਝ ਠੋਸ ਗੱਲ ਨਹੀਂ ਕੀਤੀ ਗਈ ਅਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਖਤਮ ਕਰਨ ਬਾਰੇ ਕੋਈ ਟੀਚਾ ਨਿਰਧਾਰਿਤ ਨਹੀਂ ਕੀਤਾ। ਭਾਰਤ ਦੇ ਮੌਜੂਦਾ ਹਾਲਾਤ ਅਨੁਸਾਰ ਇਹ ਨਾ ਸਿਰਫ ਲੋਕ ਹਿੱਤ ਵਿੱਚ ਜ਼ਰੂਰੀ ਹੈ, ਸਗੋਂ ਸਮੇਂ ਦੀ ਮੰਗ ਹੈ। ਅੱਜ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਰੋਕਣ ਲਈ ਇੱਕ ਨਵੀਂ ਢੁਕਵੀਂ ਨੀਤੀ ਅਤੇ ਪ੍ਰੋਗਰਾਮ ਪੇਸ਼ ਕਰਨ ਦੀ ਲੋੜ ਹੈ। ਇਸ ਮਹੱਤਵਪੂਰਨ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਰਾਜਾਂ ਨਾਲ ਸਲਾਹ ਮਸ਼ਵਰੇ ਤਾਲਮੇਲ ਵਿੱਚ ਦੇਰੀ ਕੀਤੇ ਬਿਨਾਂ ਢੁਕਵੀਂ ਤੇ ਚੰਗੀ ਨੀਤੀ ਲਾਗੂ ਕਰਨੀ ਚਾਹੀਦੀ ਹੈ। ਅੱਗੇ ਚੱਲਦੇ ਹਾਂ। ਅੱਜ ਭਾਰਤ ਦੀ ਆਬਾਦੀ ਲਗਭਗ 1.5 ਅਰਬ ਦੇ ਨੇੜੇ ਹੋ ਚੱਲੀ, ਯਾਨੀ ਕਿ 1 ਅਰਬ 41 ਕਰੋੜ ਦੀ ਆਬਾਦੀ ਦੇਸ਼ ਦੀ ਹੋ ਚੁੱਕੀ ਹੈ। ਕਦੇ ਦੋਸਤੋ ਅਸੀਂ ਚੀਨ ਦੀ ਗੱਲ ਕਰਦੇ ਸੀ, ਚੀਨ ਦੀ ਆਬਾਦੀ ਦੁਨੀਆ ਵਿੱਚ ਸਭ ਤੋਂ ਵੱਧ ਹੈ। ਦੂਸਰੇ ਨੰਬਰ ਦੇ ਉੱਤੇ ਭਾਰਤ ਹੋ ਗਿਆ। ਔਰ ਭਾਰਤ ਇੱਕ ਅਜਿਹਾ ਜਿਹੜਾ ਆ ਲੋਕਤੰਤਰ ਮੁਲਕ ਹੈ ਜਿਸ ਦੇ ਵਿੱਚ ਆਬਾਦੀ ਦੇ ਉੱਤੇ ਅੰਕੁਸ਼ ਲੱਗਣਾ ਚਾਹੀਦਾ ਸੀ, ਅੰਕੁਸ਼ ਨਹੀਂ ਲੱਗਿਆ। ਔਰ ਇੱਥੇ ਉੱਠ ਕੇ ਮਹਾਤਮਾ ਜਿਹੜੇ ਆ ਕਈ ਵਾਰੀ ਧਾਰਮਿਕ ਆਗੂ ਬਿਆਨ ਦੇ ਦਿੰਦੇ ਆ ਕਿ ਫਲਾਨੀ ਕੌਮ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਆ, ਦੂਜੇ ਕਹਿੰਦੇ ਆ ਸਾਡੀ ਕੌਮ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਆ। ਇਹ ਬੱਚੇ ਪੈਦਾ ਕਰਨ 'ਤੇ ਤੀਜਾ ਤਬਕਾ ਉਹ ਆ ਜਿਹੜਾ ਇੰਨੇ ਕੁ ਬੱਚੇ ਪੈਦਾ ਕਰ ਰਿਹਾ ਜਿਨ੍ਹਾਂ ਦੇ ਉੱਤੇ ਅੰਕੁਸ਼ ਹੀ ਨੀਗਾ। ਤੁਸੀਂ ਯੂਪੀ, ਬਿਹਾਰ, ਝਾਰਖੰਡ ਦੀ ਗੱਲ ਕਰ ਲਓ, ਤੁਸੀਂ ਪਛੜੇ ਹੋਏ ਇਲਾਕਿਆਂ ਦੀ ਗੱਲ ਕਰ ਲਓ, ਉੜੀਸਾ ਦੀ ਗੱਲ ਕਰ ਲਓ, ਪੇਂਡੂ ਉਹੋ ਜਿਹੇ ਕਈ ਤਾਂ ਖਿੱਤਿਆਂ ਦੀ ਗੱਲ ਕਰ ਲਓ ਜਿੱਥੇ ਇੱਕ ਟੱਬਰ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਵੀ ਇੰਨੇ ਬੱਚੇ ਆ। ਬੜੀ ਹੈਰਾਨੀ ਆਉਂਦੀ ਹੈ। ਬਿਹਾਰ ਇਸ ਦੀ ਵੱਡੀ ਉਦਾਹਰਨ ਹੈ ਕਿ ਬਿਹਾਰ ਦੇ ਵਿੱਚ ਇੱਕ ਟੱਬਰ ਦੇ ਵਿੱਚ ਇੰਨੇ ਬੱਚੇ ਪੈਦਾ ਹੋ ਰਹੇ ਆ ਕਿ ਉਹਨਾਂ ਨੂੰ ਰੋਟੀ ਖਵਾ ਨਹੀਂ ਸਕਦੇ, ਲੋੜਾਂ ਪੂਰੀਆਂ ਕਰ ਨਹੀਂ ਸਕਦੇ। ਜਨਸੰਖਿਆ ਵੱਧਦੀ ਜਾ ਰਹੀ ਆ ਅਤੇ ਫਿਰ ਇਹ ਬੇਲੋੜਾ ਬੋਝ ਜਿਹੜਾ ਆ ਬੱਚੇ ਜੰਮ ਕੇ ਬਾਅਦ ਵਿੱਚ ਰੇਲਵੇ ਸਟੇਸ਼ਨਾਂ ਦੇ ਨੇੜੇ ਤੇੜੇ ਪਾਈਆਂ ਝੁੱਗੀਆਂ ਦੇ ਵਿੱਚ ਲਿਆ ਕੇ ਬੈਠ ਜਾਂਦੇ ਆ ਅਤੇ ਫਿਰ ਦੇਸ਼ ਦੀਆਂ ਸੜਕਾਂ ਦੇ ਉੱਤੇ ਭੀਖ ਮੰਗਦੇ ਨਜ਼ਰ ਆਉਂਦੇ ਆ। ਇਹ ਇੱਕ ਤਰਾਸਦਿਕ ਸਥਿਤੀ ਹੈ, ਦੁਖਦਾਇਕ ਸਥਿਤੀ ਹੈ। ਇਸ ਦੇ ਉੱਤੇ ਕਾਬੂ ਪਾਉਣਾ ਚਾਹੀਦਾ ਪਰ ਕਾਬੂ ਨਹੀਂ ਪਾਇਆ ਜਾ ਰਿਹਾ। ਅੱਗੇ ਚੱਲਦੇ ਹਾਂ। ਇਹ ਖਤਰੇ ਦੀ ਘੰਟੀ ਹੈ ਕਿਉਂਕਿ ਸਾਡੇ ਦੇਸ਼ ਦੇ ਕੁਦਰਤੀ ਤੇ ਹੋਰ ਸਰੋਤ ਸੀਮਿਤ ਨੇ। ਇਸ ਲਈ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਮੇਂ ਸਿਰ ਇਸ ਬਾਰੇ ਸੋਚ ਕੇ ਲੋੜੀਂਦੀ ਕਾਰਵਾਈ ਕਰਨ। ਉਹਨਾਂ ਕਿਹਾ ਕਿ ਮੈਂ ਇੱਥੇ ਗੱਲ ਜ਼ੋਰ ਦੇ ਕੇ ਦੱਸਣਾ ਚਾਹੁੰਦਾ ਕਿ ਸਾਡੇ ਦੇਸ਼ ਵਿੱਚ ਹੁਣ ਤੱਕ ਕੇਂਦਰ ਅਤੇ ਰਾਜਾਂ 'ਚ ਸਮੇਂ-ਸਮੇਂ 'ਤੇ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਹੋਣ, ਭਾਰਤ ਵਿੱਚ ਇੱਕ ਪ੍ਰਤੱਖ, ਬੇਮਿਸਾਲ ਅਤੇ ਸਰਪੱਖੀ ਵਿਕਾਸ ਹੋਇਆ। ਪਰ ਲਗਾਤਾਰਵਾਦੀ ਆਬਾਦੀ ਬਾਰੇ ਸਾਰੇ ਵਿਕਾਸ ਨੂੰ ਇਹ ਚੀਜ਼ਾਂ ਬੇਅਸਰ ਕਰਦੀਆਂ ਨੇ। ਕੰਗ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਪਰੋਕਤ ਸਾਰੇ ਮਹੱਤਵਪੂਰਨ ਨੁਕਤਿਆਂ 'ਤੇ ਵਿਚਾਰ ਕੀਤਾ ਜਾਵੇ ਅਤੇ ਸਮਾਂਬੱਧ ਤਰੀਕੇ ਨਾਲ ਸਾਡੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਢੁਕਵੇਂ ਕਦਮ ਚੁੱਕੇ ਜਾਣ, ਨਹੀਂ ਤਾਂ
ਇੱਕ ਦਿਨ ਅਸੀਂ ਵੱਧਦੀ ਆਬਾਦੀ, ਮਹਿੰਗਾਈ, ਬੇਰੁਜ਼ਗਾਰੀ ਆਦਿ ਦਾ ਵਿਸਫੋਟ ਹੋ ਜਾਵੇਗਾ। ਮਹਿੰਗਾਈ ਇੰਨੀ ਹੈ ਕਿ ਆਮ ਮੱਧ ਵਰਗੀ ਪਰਿਵਾਰਾਂ ਦਾ ਸਰਦਾ ਨਹੀਂ। ਇੱਕ ਪਰਿਵਾਰ ਦੀ ਜੋ ਰਸੋਈ ਦਾ ਖਰਚ ਹੈ ਉਹ ਵੀ 20,000 ਨੂੰ ਟੱਪਿਆ ਹੋਇਆ। ਲੋੜਾਂ ਇੰਨੀਆਂ ਜ਼ਿਆਦਾ, ਤਨਖਾਹ ਉਨੀ ਹੈ ਨਹੀਂ, ਕੰਮ ਉਨਾ ਹੈ ਨਹੀਂ, ਰੁਜ਼ਗਾਰ ਉਨਾ ਹੈ ਨਹੀਂ। ਇਸ ਕਰਕੇ ਰੁਜ਼ਗਾਰ ਹੈ, ਮਹਿੰਗਾਈ ਹੈ, ਅਤੇ ਤੀਸਰਾ ਵੱਧ ਰਹੀ ਆਬਾਦੀ ਹੈ। ਤਿੰਨ ਚੀਜ਼ਾਂ ਆ। ਇਹਨਾਂ ਦੇ ਬਾਰੇ ਜੋ ਆ ਸਰਕਾਰ ਨੂੰ ਸੋਚਣਾ ਚਾਹੀਦਾ, ਪ੍ਰਧਾਨ ਮੰਤਰੀ ਜੀ ਨੂੰ ਸੋਚਣਾ ਚਾਹੀਦਾ ਹੈ। ਕੰਗ ਨੇ ਬਹੁਤ ਵਧੀਆ ਉਪਰਾਲਾ ਜੋ ਕੀਤਾ ਹੈ ਕਿ ਇਸ ਤਰੀਕੇ ਚਿੱਠੀ ਲਿਖ ਕੇ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਤਿੰਨੇ ਚੀਜ਼ਾਂ ਦੇ ਉੱਤੇ ਅੰਕੁਸ਼ ਨਾ ਲੱਗਿਆ ਤਾਂ ਇਹੀ ਵਿਸਫੋਟ ਜਿਹੜਾ ਆ ਉਹ ਹੋ ਸਕਦਾ। ਹੁਣ ਆਉਂਦੇ ਹਾਂ ਜੀ ਅਗਲੀ ਖਬਰ ਵੱਲ। ਅਗਲੀ ਖਬਰ ਜੋ ਆ ਉਹ ਬਿਰਧ ਆਸ਼ਰਮਾਂ ਦੇ ਬਾਰੇ ਵਿੱਚ ਹੈ। ਪੰਜਾਬ ਸਰਕਾਰ ਦਾ ਇੱਕ ਐਲਾਨ ਜਿਹੜਾ ਆ ਉਹ ਸਾਹਮਣੇ ਆਇਆ ਹੈ ਕਿ ਪੂਰੇ ਸੂਬੇ ਦੇ ਵਿੱਚ 10 ਬਿਰਧ ਆਸ਼ਰਮ ਜਿਹੜੇ ਨੇ ਖੋਲ੍ਹੇ ਜਾਣਗੇ। ਆਖਰ ਇਹ ਕੀ ਹੋ ਰਿਹਾ ਆ? ਸਰਕਾਰ ਨੂੰ ਇਹ ਉਪਰਾਲਾ ਕਿਉਂ ਕਰਨਾ ਪੈ ਰਿਹਾ? ਇਹ ਹੈਰਾਨੀ ਦੀ ਗੱਲ ਹੈ ਕਿ ਇਹ ਪੰਜਾਬ, ਫਿਰ ਅਸੀਂ ਵਾਰੀ-ਵਾਰੀ ਉਹੀ ਗੱਲ ਕਰਦੇ ਹਾਂ ਕਿ ਇਹ ਉਹ ਪੰਜਾਬ ਹੈ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਸੀਗਾ, ਜਿੱਥੇ ਬਜ਼ੁਰਗਾਂ ਦੇ ਸਾਹਮਣੇ ਕਦੇ ਕੋਈ ਉੱਚੀ ਆਵਾਜ਼ ਵਿੱਚ ਗੱਲ ਕਰਨੀ ਵੀ ਗਵਾਰਾ ਨਹੀਂ ਸੀ ਸਮਝਦਾ ਹੁੰਦਾ। ਇੰਨਾ ਡਰ ਹੁੰਦਾ ਸੀਗਾ, ਔਰ ਵੱਡ ਵਡੇਰੇ ਜਿਹੜੇ ਬਜ਼ੁਰਗ ਸੀ ਸਾਨੂੰ ਉਹਨਾਂ ਦਾ ਇੰਨਾ ਡਰ ਹੁੰਦਾ ਸੀਗਾ ਕਿ ਆਮ ਤੌਰ 'ਤੇ ਕੁੜੀਆਂ ਉਹਨਾਂ ਦੇ ਸਾਹਮਣੇ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀਆਂ। ਬਜ਼ੁਰਗਾਂ ਦੇ ਆਮ ਕੋਈ ਉੱਚੀ ਆਵਾਜ਼ ਦੇ ਵਿੱਚ ਕੂੰਦਾ ਨਹੀਂ ਸੀ, ਬੋਲਦਾ ਨਹੀਂ ਸੀ ਹੁੰਦਾਗਾ। ਬਜ਼ੁਰਗਾਂ ਦੀ ਹਰ ਗੱਲ ਜਿਹੜੀ ਆ ਮੰਨੀ ਜਾਂਦੀ ਸੀ। ਆਂਢ ਗੁਆਂਢ ਸਮਾਜ ਦੇ ਵਿੱਚ ਵੀ ਬਜ਼ੁਰਗਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਸੀਗਾ, ਔਰ ਬਜ਼ੁਰਗਾਂ ਨੂੰ ਉਹਨਾਂ ਦੀ ਬਜ਼ੁਰਗੀ ਉਮਰ ਦਾ ਲਿਹਾਜ਼ ਕਰਦੇ ਉਹਨਾਂ ਕੋਲ ਸਲਾਹਾਂ ਲਈਆਂ ਜਾਂਦੀਆਂ ਸੀਗੀਆਂ। ਉਹਨਾਂ ਦੇ ਕੋਲ ਕੋਈ ਨਾ ਕੋਈ ਗੱਲ ਪੁੱਛ ਕੇ ਕਾਰਜ ਕੀਤੇ ਜਾਂਦੇ ਸੀਗੇ, ਵਿਆਹ ਪੁੱਛ ਕੇ ਕੀਤੇ ਜਾਂਦੇ ਸੀ। ਪਿੰਡ ਦੇ, ਨਗਰ ਖੇੜਿਆਂ ਦੇ ਜਿਹੜੇ ਸੀਗੇ, ਜੋ ਵੀ ਕਾਰਜ ਵਿੱਢਣਾ ਹੁੰਦਾ ਸੀ ਉਹ ਬਜ਼ੁਰਗਾਂ ਨੂੰ ਪੁੱਛ ਕੇ ਕੀਤਾ ਜਾਂਦਾ ਸੀ। ਘਰ ਦੇ ਵਿੱਚ ਵੱਡੇ ਬਜ਼ੁਰਗ ਦੀ ਰਾਏ ਲਈ ਜਾਂਦੀ ਸੀ। ਪਰ ਹੁਣ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਬਿਖਰ ਗਈਆਂ। ਸਾਡੇ ਹੱਥਾਂ 'ਚ ਮੋਬਾਈਲ ਆ ਗਏ। ਮੋਬਾਈਲਾਂ ਨੇ ਸਾਨੂੰ ਬਜ਼ੁਰਗਾਂ ਤੋਂ ਦੂਰ ਕਰ ਦਿੱਤਾ। ਸਾਡੇ ਇੱਥੇ ਲਾਲਚ ਵੱਧ ਚੁੱਕੇ ਆ। ਅਸੀਂ ਜ਼ਮੀਨਾਂ ਦੇ ਪਿੱਛੇ ਬਜ਼ੁਰਗਾਂ ਨੂੰ, ਜਾਇਦਾਦ ਪਿੱਛੇ ਬਜ਼ੁਰਗਾਂ ਨੂੰ ਘਰੋਂ ਬੇਦਖਲ ਕਰ ਦਿੰਦੇ ਆ। ਭਰਾ ਦੇ ਵਿੱਚ ਫਟਕ ਪੈ ਜੇ। ਬਜ਼ੁਰਗ ਮਾਪਿਆਂ ਬਾਰੇ ਬਹੁਤ ਸਾਰੀਆਂ ਕਹਾਵਤਾਂ ਆ ਕਿ ਇੱਕ ਮਾਪੇ ਜਿਹੜੇ ਆ ਪੁੱਤਾਂ ਨੂੰ ਜਿਹੜੇ ਹੈਗੇ ਆ ਉਹ ਪਾਲ ਸਕਦੇ ਆ, ਮਾਂ ਪੁੱਤਾਂ ਨੂੰ ਪਾਲ ਸਕਦੀ ਆ। ਜੇ 8 ਪੁੱਤਾਂ ਤੇ ਮਾਂ ਪਾਲ ਲੂ, ਪਰ 8 ਪੁੱਤਾਂ ਕੋਲ ਇੱਕ ਮਾਂ ਨਹੀਂ ਪਾਲੀ ਜਾਂਦੀ। ਇਹ ਹੈਰਾਨੀ ਕਰਦੇ ਨੇ ਜਦੋਂ ਇੱਦਾਂ ਦੇ ਉਦਾਹਰਨਾਂ, ਇਹੋ ਜਿਹੀਆਂ ਮਿਸਾਲਾਂ ਸਾਡੇ ਸਮਾਜ ਵਿੱਚ ਉੱਭਰ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣ। ਤਾਂ ਇੱਥੇ ਜੋ ਚਰਚਾ ਹੋਈ ਆ ਉਹ ਇਹੀ ਹੋਈ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਐਲਾਨ ਹੋਇਆ ਉਸ ਦੇ ਬਾਰੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਲੜੀ ਤਹਿਤ ਪੰਜਾਬ ਦੇ ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਪਟਿਆਲਾ, ਤਰਨਤਾਰਨ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, SAS ਨਗਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਵਿੱਚ ਹੁਣ ਬਿਰਧ ਆਸ਼ਰਮ ਯਾਨੀ ਕਿ ਬਿਰਧ ਘਰ ਖੋਲ੍ਹਣ ਜਾਰੀ ਹੈ। ਇਸ ਬਾਰੇ ਜੋ ਜਾਣਕਾਰੀ ਮਿਲੀ ਹੈ ਉਹ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਦੀ ਬਿਆਨ ਸਾਹਮਣੇ ਆਇਆ। ਉਹਨੇ ਕਿਹਾ ਕਿ ਸੂਬਾ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਰਾਜ ਵਿੱਚ ਬਿਰਧ ਆਸ਼ਰਮਾਂ ਦੀ ਜ਼ਰੂਰਤ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਵਿੱਚ ਬਜ਼ੁਰਗਾਂ ਲਈ ਬਿਰਧ ਆਸ਼ਰਮ ਖੋਲ੍ਹਣ ਦੀ ਤਜਵੀਜ਼ ਬਣਾਈ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਮੁੱਢਲੇ ਤੌਰ ਤੇ ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ, ਟਰੱਸਟ, ਰੈੱਡ ਕਰਾਸ ਸੁਸਾਇਟੀ ਨੂੰ ਵਿੱਤੀ ਸਹਾਇਤਾ ਦੇ ਕੇ ਇਹਨਾਂ ਬਿਰਧ ਆਸ਼ਰਮਾਂ ਨੂੰ ਚਲਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਬਿਰਧ ਆਸ਼ਰਮ 25 ਬਜ਼ੁਰਗਾਂ ਤੋਂ ਲੈ ਕੇ 150 ਬਜ਼ੁਰਗਾਂ ਦੀ ਦੇਖਭਾਲ ਦੇ ਸਮਰੱਥ ਹੋਣਗੇ। ਉਹਨੇ ਇਹ ਵੀ ਕਿਹਾ ਕਿ ਇਹਨਾਂ ਬਿਰਧ ਆਸ਼ਰਮਾਂ ਦੇ ਵਿੱਚ ਜਿਹੜੀ ਆ ਸੰਬੰਧੀ ਵਿਭਾਗ ਵੱਲੋਂ ਜਿਹੜੀ ਕਾਰਵਾਈ ਆ ਉਹ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਹੁਣ ਇੱਥੇ ਇੱਕ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਅਸੀਂ ਬਹੁਤ ਸਾਰਾ ਕੁਝ ਅਜਿਹਾ ਦੇਖਦੇ ਹਾਂ ਕਿ ਬਜ਼ੁਰਗ ਜਿਹੜੇ ਨੇ, ਜਿਵੇਂ ਹੁਣ ਮੈਂ ਇੱਥੇ ਮਨੁੱਖਤਾ ਦੀ ਸੇਵਾ ਦੀ ਜਿਹੜੀ ਸੁਸਾਇਟੀ ਬਣੀ ਹੋਈ ਆ ਮਿੰਟੂ ਭਾਜੀ ਹੁਣ ਵਾਲੀ, ਅਗਰ ਮੈਂ ਉਹਦੀ ਇੱਥੇ ਗੱਲ ਕਰ ਲਵਾਂ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਉੱਥੇ ਕਈ ਵਾਰੀ ਦੇਖੀਦਾ ਕਿ ਬਹੁਤ ਸਾਰੇ ਜਿਹੜੇ ਬਜ਼ੁਰਗ ਸੜਕਾਂ ਦੇ ਉੱਤੇ ਰੋਲ ਰਹੇ ਹੁੰਦੇ ਆ, ਉਹਨਾਂ ਨੂੰ ਲਿਜਾ ਕੇ ਉਹ ਆਪਣੇ ਉਸ ਸੰਸਥਾ ਦੇ ਵਿੱਚ, ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜੀ ਆ ਉਸ ਜਗ੍ਹਾ ਜਿਹੜੀ ਕਿ ਲੁਧਿਆਣੇ ਦੇ ਕੋਲੇ ਉਹਨਾਂ ਦੇ ਪਿੰਡ ਦੇ ਵਿੱਚ ਬਣੀ ਹੋਈ ਹੈ, ਹਸਨਪੁਰ ਦੇ ਵਿੱਚ, ਉੱਥੇ ਲੈ ਕੇ ਜਾਂਦੇ। ਹੋਰ ਵੀ ਸੰਸਥਾਵਾਂ ਹੈਗੀਆਂ ਇੰਡੀਆ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ। ਇਕੱਲੇ ਪੰਜਾਬ ਦੀ ਗੱਲ ਕਰ ਲਈ ਜਾਵੇ, ਪੰਜਾਬ ਜਿੱਥੇ ਗੁਰੂਆਂ ਪੀਰਾਂ, ਯੋਧਿਆਂ, ਦਲੇਰਾਂ, ਬਹਾਦਰਾਂ, ਸੂਰਮਿਆਂ ਦੀ ਧਰਤੀ ਹੈ, ਉਸ ਧਰਤੀ ਦੇ ਉੱਤੇ ਹੁਣ ਇਹ ਸੂਰਮੇ, ਬਹਾਦਰ, ਯੋਧੇ ਕਿੱਧਰ ਚਲੇ ਗਏ? ਮਾਵਾਂ ਨੂੰ ਘਰਾਂ 'ਚੋਂ ਬਾਹਰ ਕੱਢਣ ਵਾਲੇ ਜੰਮ ਪਏ ਆ।
ਕਿ ਮਾਪਿਆਂ ਨੂੰ ਘਰੋਂ ਬਾਹਰ ਕੱਢਣ ਵਾਲੇ ਜੰਮ ਪਏ ਆ। ਤੁਸੀਂ ਸੜਕਾਂ, ਗਲੀਆਂ, ਬਾਜ਼ਾਰਾਂ, ਮਹੱਲਿਆਂ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ, ਕਿਸੇ ਨਾ ਕਿਸੇ ਗੁੱਠ ਚਰਸਤੇ ਜਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਬਜ਼ੁਰਗ ਮਾਈ, ਕੋਈ ਨਾ ਕੋਈ ਬਜ਼ੁਰਗ ਬਾਬਾ ਜਾਂ ਤਾਂ ਭੀਖ ਮੰਗਦਾ ਨਜ਼ਰ ਆਊਗਾ, ਜਾਂ ਬੈਠਾ ਹੋਊਗਾ, ਰੁਲਿਆ ਹੋਊਗਾ, ਬਾਹਰ ਹੀ ਪੈਂਦਾ ਹੋਊਗਾ, ਜੁੱਲੜ ਇਕੱਠੇ ਕੀਤੇ ਹੋਣਗੇ, ਲੋਗੜ ਇਕੱਠੇ ਕੀਤੇ ਹੋਣਗੇ। ਇਸ ਤਰੀਕੇ ਨਾਲ ਗੰਦੀ ਜਿਹੀ ਜ਼ਿੰਦਗੀ ਉਹ ਜਿਉ ਰਿਹਾ। ਆਮ ਹੀ ਇਹ ਤਸਵੀਰਾਂ ਨਜ਼ਰ ਆਉਂਦੀਆਂ। ਇਹ ਸਮਾਜ ਹੈ, ਇਹ ਸਮਾਜ ਦਾ ਉਹ ਸ਼ੀਸ਼ਾ ਹੈ। ਫਿਰ ਦੂਸਰੇ ਪਾਸੇ ਬਿਰਧ ਆਸ਼ਰਮਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਬਿਰਧ ਆਸ਼ਰਮ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਖੁੱਲ੍ਹੇ ਹੋਏ ਆ, ਜਿਹੜੇ ਵੱਖ-ਵੱਖ ਧਾਰਮਿਕ ਸੁਸਾਇਟੀਆਂ ਵੱਲੋਂ ਚਲਾਏ ਜਾਂਦੇ ਆ। ਜਦੋਂ ਉੱਥੇ ਜਾ ਕੇ ਬਜ਼ੁਰਗਾਂ ਦੀ ਹਾਲਤ ਦੇਖਦੇ ਆ ਤੇ ਇਹ ਹੈਰਾਨੀ ਆਉਂਦੀ ਹੈ ਕਿ ਇਹ ਬਜ਼ੁਰਗ ਕਿਸ ਤਰੀਕੇ ਦੀ ਜ਼ਿੰਦਗੀ ਜੀ ਰਹੇ ਆ, ਜੀ ਨਹੀਂ ਰਹੇ, ਢੋ ਰਹੇ ਆ। ਕਿਉਂਕਿ ਇਹਨਾਂ ਦੇ ਔਲਾਦ ਨੇ, ਜਿਸ ਔਲਾਦ ਨੂੰ ਇਹਨਾਂ ਮਾਪਿਆਂ ਨੇ ਜਨਮ ਦਿੱਤਾ ਸੀ, ਉਸ ਔਲਾਦ ਨੇ ਜਾਇਦਾਦ ਦੇ ਲਾਲਚ ਵਿੱਚ, ਜ਼ਮੀਨ ਦੇ ਲਾਲਚ ਵਿੱਚ, ਪੈਸੇ ਦੇ ਲਾਲਚ ਵਿੱਚ ਇਹਨਾਂ ਨੂੰ ਘਰੋਂ ਬੇਘਰੇ ਕਰਤਾ, ਇਹਨਾਂ ਨੂੰ ਨਿਆਸਰੇ ਕਰਤਾ। ਇਹਨਾਂ ਨੂੰ, ਜਿਨ੍ਹਾਂ ਨੂੰ ਆਸਰੇ ਦੀ ਲੋੜ ਸੀ ਉਮਰ ਦੀ, ਉਸ ਹੱਦ ਦੇ ਉੱਤੇ ਆ ਕੇ, ਜਿਸ ਉਮਰ ਦੇ ਵਿੱਚ ਇਹਨਾਂ ਨੇ ਇਹ ਸੋਚਿਆ ਹੋਣਾ ਕਿ ਅਸੀਂ ਜੋ ਇਹ ਔਲਾਦ ਜਣੀ ਹੈ, ਵੱਡੀ ਹੋਊਗੀ, ਇਹ ਸਾਡੀ ਪਰਵਰਿਸ਼ ਕਰੂਗੀ, ਸਾਡੇ ਬੁਢਾਪੇ ਦੀ ਨਗੋਰੀ ਬਣਨਗੇ, ਸਾਡੇ ਬੁਢਾਪੇ ਨੂੰ ਸੰਭਾਲਣਗੇ। ਪਰ ਇਹ ਔਲਾਦ ਹੁਣ ਕਿਹੜੇ ਪਾਸੇ ਨੂੰ ਜਾ ਤੁਰੀ ਆ, ਇਹ ਸੁਣ ਕੇ ਹੀ ਉੱਥੇ ਮਨ ਖਰਾਬ ਹੋ ਜਾਂਦਾ ਕਿ ਉਹ ਬਜ਼ੁਰਗ ਕਿਹੜੇ ਹਾਲਾਤਾਂ ਵਿੱਚ ਆ। ਉਹ ਬਜ਼ੁਰਗ ਹਜੇ ਵੀ ਆਸਾਂ ਦੇ ਵਿੱਚ ਬੈਠੇ ਆ, ਹਜੇ ਵੀ ਉਡੀਕਾਂ ਵਿੱਚ ਬੈਠੇ ਆ ਕਿ ਮਤੇ ਕੋਈ ਘਰ ਦਾ ਜੀ ਉਹਨਾਂ ਨੂੰ ਵਾਪਸ ਲੈਣ ਆ ਜਾਊਗਾ। ਕਦੇ ਉਹ ਬਜ਼ੁਰਗ ਆਪਣੇ ਪੋਤੇ ਪੋਤੀਆਂ ਦੇ ਗਲ ਗਲਵਕੜੀ ਪਾ ਕੇ ਉਹਨਾਂ ਦਾ ਮੱਥਾ ਚੁੰਮ ਸਕਣਗੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਕਿ ਉਹ ਵੀ ਆਪਦੇ ਪਰਿਵਾਰ ਦੇ ਵਿੱਚ ਜਿਹੜੇ ਆ ਤਿਉਹਾਰ ਮਨਾ ਸਕਣਗੇ, ਉਹ ਵੀ ਆਪਦੇ ਪਰਿਵਾਰ ਵਿੱਚ ਰਲ ਮਿਲ ਕੇ ਬਹਿ ਸਕਣਗੇ। ਔਰ ਫਿਰ ਨੌ ਸੱਸ ਦੀਆਂ ਲੜਾਈਆਂ ਦੀਆਂ ਉਦਾਹਰਨਾਂ, ਫਿਰ ਪੁੱਤ ਦੇ ਨਾਲ ਜਿਹੜੀ ਮਾਪਿਆਂ ਦੀ ਲੜਾਈ ਆ, ਉਹ ਜ਼ਮੀਨ ਜਾਇਦਾਦ ਪਿੱਛੇ ਆ। ਔਰ ਇੰਨੇ ਕੁ ਖੂਨ ਚਿੱਟੇ ਹੋ ਜਾਂਦੇ ਆ ਕਿ ਵੈਸੇ ਤਾਂ ਇੱਕ ਕਹਾਵਤ ਬੋਲੀ ਜਾਂਦੀ ਆ ਕਿ ਪੁੱਤ ਕਪੁੱਤ ਹੋ ਜਾਂਦੇ ਪਰ ਮਾਪੇ ਕਮਾਪੇ ਨਹੀਂ ਹੁੰਦੇ। ਅਤੇ ਇੱਥੇ ਮਾਪਿਆਂ ਦੀ ਸਥਿਤੀ ਕੀ ਆ ਕਿ ਮਾਪੇ ਜਿਹੜੇ ਆ ਉਹ ਇਸ ਦੇ ਬਾਵਜੂਦ ਵੀ ਆਪਣੀ ਔਲਾਦ ਦੇ ਪ੍ਰਤੀ ਹੀ ਸੰਜੀਦਾ ਰਹਿੰਦੇ ਆ। ਉਹਨਾਂ ਦੇ ਅੰਦਰੋਂ ਮੋਹ ਦੀਆਂ ਤੰਦਾਂ ਖਤਮ ਨਹੀਂ ਹੁੰਦੀਆਂ, ਔਲਾਦ ਨੂੰ ਉਡੀਕਦੇ ਆ। ਪਰ ਔਲਾਦ ਇਹੋ ਜਿਹੀ ਨਿਕੰਮੀ ਕਿ ਇੱਕ ਵਾਰੀ ਬਿਰਧ ਆਸ਼ਰਮਾਂ ਦੇ ਪੱਲੇ ਪਏ ਮਾਪਿਆਂ ਨੂੰ ਉਹਨਾਂ ਨੇ ਕਦੇ ਵੀ ਲੈਣ ਵਾਸਤੇ ਨਹੀਂ ਆਉਂਦੇ। ਫਿਰ ਇਸ ਕਰਕੇ ਹੁਣ ਭਗਵੰਤ ਮਾਨ ਸਰਕਾਰ ਦਾ ਜੋ ਉਪਰਾਲਾ ਆ ਕਿ ਅਜੇ ਜਿਹੜੀਆਂ ਲੋੜਾਂ ਦੀ ਲੋੜ ਸੀ ਉਹਨਾਂ ਮਾਪਿਆਂ ਨੂੰ, ਉਹਨੂੰ ਦੇਣ ਵਾਸਤੇ ਹੀ ਇਹ ਉਪਰਾਲਾ ਕੀਤਾ ਜਾ ਰਿਹਾ। ਅੱਜ ਸਾਰਾ ਕੁਛ ਤਾਂ ਇਹਨਾਂ ਨਵੀਆਂ ਔਲਾਦਾਂ ਨੇ ਮਾਪਿਆਂ ਦਾ ਆਪਦੇ ਨਾਂ ਕਰਾਤਾ, ਅਤੇ ਮਾਪੇ ਵੀ ਕਈ ਵਾਰੀ ਪਿਛਲੇ 30-40 ਸਾਲਾਂ ਜਿਹੜੇ ਇੱਕ ਪੁੱਤ ਲਈ ਬੈਠੇ ਆ। ਇਹ ਵੀ ਇੱਕ ਵੱਡਾ ਸਵਾਲ ਹੈ। ਅਤੇ ਉਹ ਇਹ ਕਹਿ ਦਿੰਦੇ ਆ ਵੀ ਕੋਈ ਨਹੀਂ, ਇੱਕ ਪੋਤਾ ਅਤੇ ਇੱਕ ਪੁੱਤ ਜਦੋਂ ਆਪਦੀ ਮਨਮਰਜ਼ੀਆਂ ਕਰਦਾ, ਆਪ ਹੁਦਰੀਆਂ ਕਰਦਾ, ਇਹੋ ਜਿਹੀ ਨੂੰਹ ਵਿਆਹ ਕੇ ਲਿਆਉਂਦਾ, ਮੁੜ ਕੇ ਉਹ ਕਹਿੰਦੇ ਆ ਜੀ ਰਹਿਣਾ ਅੱਡਾ, ਮਾਪੇ ਅੱਡ ਰੋਲਦੇ ਆ, ਉਹ ਅੱਡ ਰੋਲਦੇ ਆ। ਅਖੀਰ ਦੇ ਉੱਤੇ ਬਹੁਤੀ ਵਾਰੀ ਇਹੋ ਜਿਹੇ ਪੁੱਤ ਜਿਹੜੇ ਆ ਮਾਪਿਆਂ ਨੇ ਬਾਹਲੇ ਲੜਾ ਕੇ ਝਮਲਾਏ ਹੁੰਦੇ ਆ, ਬਾਅਦ ਵਿੱਚ ਇਹਨਾਂ ਮਾਪਿਆਂ ਨੂੰ ਹੀ ਬਿਰਧ ਆਸ਼ਰਮ ਤੱਕ ਭੇਜਣ ਦਾ ਇੱਕ ਕਾਰਨ ਬਣਦੇ ਆ। ਹੋਰ ਵੀ ਬਹੁਤ ਸਾਰੇ ਕਾਰਨ ਆ। ਜ਼ਮੀਨ ਅਤੇ ਜਾਇਦਾਦ ਦੀ ਵੰਡ, ਕਪੱਤੀਆਂ ਨੂੰਹਾਂ, ਕਪੱਤੇ ਜਿਹੜੇ ਲੋਕ ਆ, ਘਰ ਦੇ ਵਿੱਚ ਮੋਹ ਪਿਆਰ ਦੀਆਂ ਤੰਦਾਂ ਦਾ ਖਤਮ ਹੋਣਾ, ਅਤੇ ਇੱਕ ਜਿਹੜੇ ਟਊਏ ਹੱਥ 'ਚ ਫੜੇ ਸਾਡੇ ਮੋਬਾਈਲ, ਇਹ ਵੀ ਇੱਕ ਕਾਰਨ ਬਣਦੇ ਪਏ ਆ ਕਿ ਇੱਕ ਘਰ ਦੇ ਵਿੱਚ ਜੇ ਸਾਰੇ ਜੀ ਆ ਅਤੇ ਬਜ਼ੁਰਗ ਗੁੱਠੇ ਲੱਗੇ ਬੈਠੇ ਆ, ਉਹਨਾਂ ਦੇ ਵਾਸਤੇ ਸਾਡੇ ਕੋਲ ਟਾਈਮ ਨਹੀਂ। ਜੇ ਕਦੇ ਬਜ਼ੁਰਗ ਉੱਠ ਕੇ ਤੁਹਾਨੂੰ ਪੁੱਤ ਪੋਤਰਿਆਂ ਨੂੰ, ਧੀਆਂ ਪੁੱਤਾਂ ਨੂੰ, ਨੂੰਹ ਨੂੰ ਮਿਲਣਾ ਚਾਹੁੰਦੇ ਆ, ਗੱਲ ਕਰਨਾ ਚਾਹੁੰਦੇ ਆ, ਅਤੇ ਫਲਸਰੂਪ ਜਿਹੜਾ ਆ ਉਹਨਾਂ ਨੂੰ ਇਕਰਾਂਤ ਵਿੱਚ ਹੀ ਰੱਖਿਆ ਜਾਂਦਾ। ਬਾਪੂ ਜਿਹੜਾ ਆ ਜੇ ਪਿੰਡਾਂ ਦੇ ਵਿੱਚ ਆ ਅਤੇ ਬਾਪੂ ਬਾਹਰਲੀ ਹਵੇਲੀ ਆ, ਪਿੰਡਾਂ ਵਿੱਚ ਤਾਂ ਬਾਪੂ ਜਿਹੜਾ ਮੱਝਾਂ ਦੇ ਬਾੜੇ ਕੋਲੇ ਆ, ਜਾਂ ਫਿਰ ਖੇਤ ਬਾਪੂ ਨੂੰ ਮੋਟਰ 'ਤੇ ਮੰਜਾ ਡਾਹਿਆ ਹੋਇਆ, ਜਾਂ ਫਿਰ ਬਾਹਰ ਛੱਤੜੇ ਥੱਲੇ ਬਾਪੂ ਦਾ ਬਰਾਂਡਿਆਂ 'ਚ ਮੰਜਾ ਟਰੈਕਟਰ ਕੋਲੇ ਡਾਹਿਆ ਹੋਇਆ। ਇਵੇਂ ਸ਼ਹਿਰੀ ਖੇਤਰਾਂ ਦੇ ਵਿੱਚ ਆ ਕਿ ਕੋਈ ਛੱਜਾ ਇਹੋ ਜਿਹਾ ਛੱਤਿਆ, ਬਜ਼ੁਰਗ ਮਾਈ ਉੱਥੇ ਆ, ਬਜ਼ੁਰਗ ਬਾਬਾ ਉੱਥੇ ਆ। ਤਾਂ ਇਹ ਕਿਹੋ ਜਿਹੀ ਸਥਿਤੀ ਆ ਗਈ ਹੈ ਬਜ਼ੁਰਗਾਂ ਵਾਸਤੇ ਕਿ ਜਿਨ੍ਹਾਂ ਨੇ ਸਾਰੀ ਉਮਰ ਇਹੋ ਜਿਹੀ ਔਲਾਦ ਨੂੰ ਪਾਲਿਆ ਕੀਤਾ ਕਿ ਉਹਨਾਂ ਨੂੰ ਇਹ ਨਹੀਂ ਭਾਸਦਾ ਕਿ ਅਸੀਂ ਇਹਨਾਂ ਬਜ਼ੁਰਗਾਂ ਦੀ ਰੱਖ ਰਖਾਅ ਉਵੇਂ ਕਰਨੀ। ਔਰ ਦੋਸਤੋ ਇਹ ਵੀ ਹੁੰਦਾ ਹੈ ਕਿ ਬਹੁਤ ਵਾਰੀ ਬਜ਼ੁਰਗ ਜਿਹੜੇ ਨੇ ਸਮਾਜ ਦੀ ਇੱਕ ਮਿਸਾਲ ਹੈ ਕਿ ਬੱਚਿਆਂ ਵਰਗੇ ਹੋ ਜਾਂਦੇ ਨੇ। ਜਦੋਂ ਬਜ਼ੁਰਗੀ ਉਮਰ ਆਉਂਦੀ ਆ ਤਾਂ ਉਹਨਾਂ ਦਾ ਦਿਲ ਵੀ ਉਸੇ ਤਰ੍ਹਾਂ ਕਰਦਾ। ਬਹੁਤ ਜਗ੍ਹਾ ਘਰਦਿਆਂ ਮੈਨੂੰ ਇਸ ਤਰੀਕੇ ਨਾਲ ਇਹਨਾਂ ਬਜ਼ੁਰਗਾਂ ਨੂੰ ਜਿਹੜਾ ਆ ਇਹ ਇਗਨੋਰ ਕੀਤਾ ਜਾਂਦਾ, ਅੱਖੋਂ ਪਰੋਖੇ ਕੀਤਾ ਜਾਂਦਾ ਆ। ਪਰ ਫਿਲਹਾਲ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਨੂੰ ਸੁਧਰ ਜਾਣਾ ਚਾਹੀਦਾ, ਮਾਪਿਆਂ ਦੀ ਪਰਵਰਿਸ਼ ਕਰਨੀ ਚਾਹੀਦੀ। ਇਹਨਾਂ ਲੋਕਾਂ ਨੂੰ ਅੱਗੇ ਆਉਣਾ ਪਊਗਾ ਕਿ ਤੁਸੀਂ ਕਰ ਕੀ ਰਹੇ ਹੋ। ਇਸ ਮਾਮਲੇ ਵਿੱਚ ਆਪਣੇ ਬਜ਼ੁਰਗਾਂ ਨੂੰ ਨਾ ਛੱਡੋ, ਇਹ ਵਾਸਤੇ ਵਾਲੀ ਗੱਲ ਆ। ਪਰ ਭਗਵੰਤ ਮਾਨ ਸਰਕਾਰ ਦਾ ਇਹ ਉਪਰਾਲੇ ਦੀ ਜਿਹੜੀ ਆ ਉਸ ਨੂੰ ਸਿਜਦਾ ਕਰਨਾ ਬਣਦਾ ਹੈ ਕਿ ਫਿਰ ਵੀ ਉਹਨਾਂ ਨੇ ਇਹ ਸੋਚਿਆ ਹੈ ਕਿ ਜੋ ਬਿਰਧ ਆਸ਼ਰਮ ਜਿਹੜੇ ਨੇ ਉਹ ਇਹਨਾਂ ਬਜ਼ੁਰਗਾਂ ਵਾਸਤੇ ਖੋਲ੍ਹੇ ਜਾਣ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਘਰ ਮਿਲ ਸਕੇ, ਉਹਨਾਂ ਨੂੰ ਇੱਕ ਟਿਕਾਣਾ ਮਿਲ ਸਕੇ, ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਆਖਰੀ ਪਲ ਨੇ ਇਹਨਾਂ ਆਸ਼ਰਮਾਂ ਦੇ ਵਿੱਚ ਕੱਟੇ ਜਾ ਸਕਣ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਧੰਨਵਾਦ।